ਗੁੱਡ ਮਾਰਨਿੰਗ ਗਰਲਸ। ਅੱਜ ਆਪਾਂ ਚੈਪਟਰ 2 ਦੇ ਦੋ ਹੋਰ ਇੰਪੋਰਟੈਂਟ ਟੌਪਿਕ ਡਿਸਕਸ ਕਰਨ ਜਾ ਰਹੇ ਹਾਂ ਔਰ ਉਹ ਹੈਗਾ ਡਬਲ ਫਰਟੀਲਾਈਜੇਸ਼ਨ ਐਂਡ ਡਿਵੈਲਪਮੈਂਟ ਆਫ ਐਂਡੋਸਪਰਮ। ਬੱਚੇ ਆਪਾਂ ਡਿਸਕਸ ਕਰ ਚੁੱਕੇ ਹਾਂ ਕਿ ਜਦੋਂ ਪੋਲੀਨੇਸ਼ਨ ਹੁੰਦਾ ਹੈ ਤਾਂ ਕਿਸ ਤਰ੍ਹਾਂ ਡਿਫਰੈਂਟ ਏਜੰਟਸ ਦੀ ਹੈਲਪ ਦੇ ਨਾਲ ਪੋਲਨ ਗ੍ਰੇਨ ਜਿਹੜਾ ਹੈਗਾ ਉਹ ਫੀਮੇਲ ਪਾਰਟ ਕੋਲ ਸਟਿਗਮਾ ਦੇ ਉੱਪਰ ਕਿਸ ਤਰ੍ਹਾਂ ਲੈਂਡ ਕਰ ਜਾਂਦਾ ਹੈ। ਡਬਲ ਫਰਟੀਲਾਈਜੇਸ਼ਨ ਦੇ ਪ੍ਰੋਸੈਸ ਨੂੰ ਸਮਝਣ ਵਾਸਤੇ ਸਭ ਤੋਂ ਪਹਿਲਾਂ ਅੱਜ ਆਪਾਂ ਫਿਰ ਤੋਂ ਦੁਬਾਰਾ ਮੇਲ ਗੈਮੀਟ ਦੇ ਉੱਪਰ ਆ ਰਹੇ ਹਾਂ। ਇੱਥੇ ਤੁਸੀਂ ਪੋਲਨ ਗ੍ਰੇਨ ਦਾ ਸਟਰਕਚਰ ਮੈਂ ਤੁਹਾਨੂੰ ਆਲਰੇਡੀ ਸਮਝਾ ਚੁੱਕੀ ਹਾਂ ਔਰ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਮੋਸਟ ਆਫ ਦੀ ਐਂਜੀਓਸਪਰਮਸ ਦੇ ਵਿੱਚ ਜਦੋਂ ਪੋਲਨ ਗ੍ਰੇਨ ਜਿਹੜਾ ਹੈਗਾ ਉਹ ਐਂਥਰ ਤੋਂ ਡਿਹਾਈਸ ਕਰਦਾ ਹੈ, ਰਿਲੀਜ਼ ਹੁੰਦਾ ਹੈ, ਤਾਂ ਉਹ 2 ਸੈੱਲ ਸਟੇਜ ਦੇ ਵਿੱਚ ਹੁੰਦਾ ਹੈ। ਪੋਲਨ ਗ੍ਰੇਨ ਕੋਲ 2 ਸੈੱਲਸ ਹੁੰਦੇ ਨੇ, ਵੱਡਾ ਸੈੱਲ ਵੈਜੀਟੇਟਿਵ ਸੈੱਲ ਐਂਡ ਦਾ ਜਨਰੇਟਿਵ ਸੈੱਲ। ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਜਿਹੜਾ ਜਨਰੇਟਿਵ ਸੈੱਲ ਹੈ ਉਹ ਡਿਵਾਈਡ ਕਰਦਾ ਹੈ ਔਰ ਡਿਵਾਈਡ ਕਰਕੇ 2 ਮੇਲ ਗੈਮੀਟਸ ਬਣਾਉਂਦਾ ਹੈ। ਜਦੋਂ ਪੋਲਨ ਗ੍ਰੇਨ ਸਟਿਗਮਾ ਦੇ ਉੱਪਰ ਲੈਂਡ ਹੋ ਗਈ, ਮੈਂ ਤੁਹਾਨੂੰ ਪਿਛਲੀ ਵਾਰੀ ਲਾਸਟ ਜਿਹੜੀ ਮੇਰੀ ਵੀਡੀਓ ਸੀ ਉਹਦੇ 'ਚ ਮੈਂ ਤੁਹਾਨੂੰ ਪੋਲਨ ਪਿਸਟਲ ਇੰਟਰੈਕਸ਼ਨ ਵੀ ਐਕਸਪਲੇਨ ਕੀਤਾ। ਅਗਰ ਪੋਲਨ ਪਿਸਟਲ ਇੰਟਰੈਕਸ਼ਨ ਪ੍ਰੋਪਰ ਹੈਗਾ ਹੈ, ਪੋਲਨ ਗ੍ਰੇਨ ਕੰਪੈਟੀਬਲ ਹੈ, ਰਾਈਟ ਟਾਈਪ ਦੀ ਸਪੀਸ਼ੀਜ਼ ਦੀ ਪੋਲਨ ਗ੍ਰੇਨ ਸਟਿਗਮਾ ਦੇ ਉੱਪਰ ਲੈਂਡ ਕੀਤੀ ਹੈ, ਤਾਂ ਕੀ ਹੋਏਗਾ, ਪੋਲਨ ਗ੍ਰੇਨ ਜਰਮੀਨੇਟ ਕਰੇਗਾ ਔਰ ਇਨ ਟਾਈਮ ਜਿਹੜਾ ਹੈਗਾ ਉਹ ਬਣਾਏਗਾ ਪੋਲਨ ਟਿਊਬ। ਸੋ ਇਹ ਸਟਰਕਚਰ ਕੀ ਹੈ, ਪੋਲਨ ਟਿਊਬ। ਪੋਲਨ ਟਿਊਬ ਜਦੋਂ ਬਣ ਜਾਏਗਾ ਤਾਂ ਜਿਹੜੇ ਦੋਨੋਂ ਮੇਲ ਗੈਮੀਟਸ ਨੇ ਉਹ ਪੋਲਨ ਟਿਊਬ ਦੇ ਅੰਦਰ ਮਾਈਗ੍ਰੇਟ ਕਰ ਜਾਣਗੇ। ਹੁਣ ਕੀ ਹੈਗਾ, ਸਾਡੇ ਕੋਲ ਦੋਨੋਂ ਮੇਲ ਗੈਮੀਟਸ ਆ ਗਏ। ਮੇਲ ਗੈਮੀਟਸ ਨੇ ਫੀਮੇਲ ਗੈਮੀਟ ਕੋਲ ਜਾਣਾ ਹੈ ਔਰ ਫੀਮੇਲ ਗੈਮੀਟ ਕਿੱਥੇ ਹੈ, ਫੀਮੇਲ ਗੈਮੀਟ ਐਮਬ੍ਰਿਓ ਸੈਕ ਦੇ ਕੋਲ ਹੈ। ਨਾਓ ਇੱਥੇ ਬੱਚੇ ਮੈਂ ਤੁਹਾਨੂੰ ਤਿੰਨ ਅਲੱਗ-ਅਲੱਗ ਟਰਮਸ ਦੱਸੀਆਂ ਨੇ, ਪੋਰੋਗੈਮੀ, ਚੈਲੇਜ਼ੋਗੈਮੀ ਅਤੇ ਮੀਜ਼ੋਗੈਮੀ। ਇਹ ਤਿੰਨੋਂ ਟਰਮਸ ਬਹੁਤ ਇੰਪੋਰਟੈਂਟ ਨੇ। ਜਦੋਂ ਪੋਲਨ ਟਿਊਬ ਓਵਿਊਲ ਦੇ ਵਿੱਚ ਜਾਏਗੀ ਤਾਂ ਉਹ ਅਲੱਗ-ਅਲੱਗ ਰਸਤੇ ਫੋਲੋ ਕਰ ਸਕਦੀ ਹੈ। ਫਸਟ ਹੈਗਾ, ਜਦੋਂ ਪੋਲਨ ਟਿਊਬ ਮਾਈਕਰੋਪਾਈਲ, ਜਿਵੇਂ ਆਪਾਂ ਓਵਿਊਲ ਦੇਖਿਆ, ਓਵਿਊਲ ਦੇ ਉੱਪਰ ਓਪਨਿੰਗ ਹੈ, ਅਗਰ ਪੋਲਨ ਟਿਊਬ ਉੱਪਰੋਂ ਮਾਈਕਰੋਪਾਈਲ ਵਾਲੇ ਪਾਸਿਓਂ ਐਂਟਰ ਕਰੇਗੀ, ਇਸ ਨੂੰ ਅਸੀਂ ਕਹਿੰਦੇ ਹਾਂ ਪੋਰੋਗੈਮੀ। ਸੈਕਿੰਡ, ਅਗਰ ਪੋਲਨ ਟਿਊਬ ਨੀਚੋਂ ਦੀ ਆ ਰਹੀ ਹੈ, ਸੈਕਿੰਡ ਪਾਰਟ ਚਲੇਜ਼ਾ ਦੀ ਤਰਫੋਂ ਐਂਟਰ ਕਰ ਰਹੀ ਹੈ, ਦੈਨ ਇਸ ਨੂੰ ਅਸੀਂ ਕਹਿੰਦੇ ਹਾਂ ਚੈਲੇਜ਼ੋਗੈਮੀ। ਸਮਟਾਈਮਸ ਪੋਲਨ ਟਿਊਬ ਜਿਹੜੀ ਹੈਗੀ ਹੈ, ਜਿਹੜੇ ਓਵਿਊਲ ਦੇ ਬਾਹਰ ਇੰਟੈਗੂਮੈਂਟਸ ਨੇ, ਇੰਟੈਗੂਮੈਂਟਸ ਦੇ ਥਰੂ ਐਂਟਰ ਕਰਦੀ ਹੈ, ਇਸ ਨੂੰ ਅਸੀਂ ਬੋਲਦੇ ਹਾਂ ਮੀਜ਼ੋਗੈਮੀ। ਨਾਓ ਇਸ ਡਾਇਗਰਾਮ ਦੇ ਵਿੱਚ ਇਹ ਬਹੁਤ ਕਲੀਅਰ ਹੈ। ਫਸਟ ਡਾਇਗਰਾਮ ਦੇਖੋ, ਪੋਰੋਗੈਮੀ ਦਿਖਾਇਆ ਗਿਆ ਹੈ। ਇਹ ਸਾਡਾ ਓਵਿਊਲ ਹੈ, ਇਨਵਰਟਿਡ ਐਨਾਟ੍ਰੋਪਸ ਓਵਿਊਲ ਹੈ ਔਰ ਇਹ ਪੋਲਨ ਟਿਊਬ ਆ ਰਹੀ ਹੈ ਜੋ ਕਿ ਮਾਈਕਰੋਪਾਈਲ ਵਾਲੀ ਸਾਈਡ ਤੋਂ ਐਂਟਰ ਹੋ ਰਹੀ ਹੈ। ਸੋ ਇਸ ਨੂੰ ਅਸੀਂ ਬੋਲਾਂਗੇ ਪੋਰੋਗੈਮੀ। ਨੈਕਸਟ ਡਾਇਗਰਾਮ ਦੇਖੋ, ਦਿਸ ਅਗੇਨ ਪੋਲਨ ਟਿਊਬ ਐਂਟਰ ਹੋ ਰਹੀ ਹੈ, ਬਟ ਪੋਲਨ ਟਿਊਬ ਥਰੂ ਚੈਲੇਜ਼ਾ ਆ ਰਹੀ ਹੈ, ਉੱਪਰੋਂ ਆ ਰਹੀ ਹੈ, ਘੁੰਮ ਕੇ ਆ ਕੇ ਫਿਰ ਅੱਗਿਓਂ ਆ ਕੇ ਮਾਈਕਰੋਪਾਈਲ ਦੀ ਤਰਫੋਂ ਐਂਟਰ ਕਰ ਰਹੀ ਹੈ। ਸੋ ਇਹ ਜਿਹੜੀ ਪੋਲਨ ਟਿਊਬ ਦੀ ਐਂਟਰੀ ਹੈ, ਇਸ ਨੂੰ ਅਸੀਂ ਬੋਲਦੇ ਹਾਂ ਚੈਲੇਜ਼ੋਗੈਮੀ। ਨੈਕਸਟ ਡਾਇਗਰਾਮ, ਇਟ ਇਜ਼ ਮੀਜ਼ੋਗੈਮੀ। ਪੋਲਨ ਟਿਊਬ ਜਿਹੜਾ ਹੈ ਉਹ ਇੰਟੈਗੂਮੈਂਟਸ ਦੇ ਵਿੱਚੋਂ ਆ ਰਿਹਾ ਹੈ ਔਰ ਆ ਕੇ ਮਾਈਕਰੋਪਾਈਲ ਦੀ ਸਾਈਡ ਤੋਂ ਜਾ ਕੇ ਐਗ ਦੇ ਕੋਲ ਪਹੁੰਚ ਰਿਹਾ ਹੈ। ਸੋ ਇਹ 3 ਮੈਥਡਸ ਨੇ ਜਿਸ ਦੇ ਨਾਲ ਪੋਲਨ ਟਿਊਬ ਜੋ ਕਿ ਮੇਲ ਗੈਮੀਟ ਲੈ ਕੇ ਆ ਰਹੀ ਹੈ ਉਹ ਐਮਬ੍ਰਿਓ ਸੈਕ ਦੇ ਵਿੱਚ ਐਂਟਰ ਹੋ ਸਕਦੀ ਹੈ। ਨੈਕਸਟ, ਹੁਣ ਕੀ ਹੋਏਗਾ ਬੇਟੇ, ਜਦੋਂ ਨੈਕਸਟ ਡਾਇਗਰਾਮ, ਜਦੋਂ ਪੋਲਨ ਟਿਊਬ ਆ ਗਿਆ ਤਾਂ ਪੋਲਨ ਟਿਊਬ ਕੀ ਹੈ, 2 ਮੇਲ ਗੈਮੀਟਸ, ਇਹ ਪੋਲਨ ਟਿਊਬ ਹੈ। ਧਿਆਨ ਨਾਲ ਸਮਝੋ ਇਸ ਡਾਇਗਰਾਮ ਨੂੰ, ਦਿਸ ਇਜ਼ ਪੋਲਨ ਟਿਊਬ ਔਰ ਪੋਲਨ ਟਿਊਬ 2 ਮੇਲ ਗੈਮੀਟਸ ਲੈ ਕੇ ਆਈ ਹੈ, 1 ਐਂਡ 2, ਔਰ ਮਾਈਕਰੋਪਾਈਲਰ ਵਾਲੀ ਸਾਈਡ ਤੋਂ ਪੋਲਨ ਟਿਊਬ ਸਾਡੇ ਐਮਬ੍ਰਿਓ ਸੈਕ ਦੇ ਅੰਦਰ ਐਂਟਰ ਹੋ ਰਹੀ ਹੈ। ਹੁਣ ਕੀ ਹੋਏਗਾ, ਜਦੋਂ ਸੀ ਦਿਸ ਡਾਇਗਰਾਮ, ਇਹ ਸਾਡੀਆਂ 2 ਪੋਲਰ ਨਿਊਕਲੀਆਈ ਹੈ, ਇਹ ਸਾਡਾ ਐਗ ਹੈ, these are 2 polar nuclei, this is egg and these 2 ਸਾਈਡ ਤੇ ਜਿਹੜੇ ਨੇ ਇਹ ਸਿਨਰਜਿਡਸ ਨੇ।
सिनर्जिड्स कोल मैं ਤੁਹਾਨੂੰ ਆਲਰੇਡੀ ਐਕਸਪਲੇਨ ਕਰ ਚੁੱਕੀ ਹਾਂ। ਸਿਨਰजिड्स ਕੋਲ ਥਿਕਨਿੰਗਸ ਹੁੰਦੇ ਨੇ, ਫਿਲੀਫਾਰਮ ਆਪਰੇਟਸ ਹੁੰਦਾ ਹੈ ਜੋ ਕਿ ਪੋਲਨ ਟਿਊਬ ਨੂੰ ਗਾਈਡ ਕਰਦੇ ਹਨ ਤਾਂ ਕਿ ਪੋਲਨ ਟਿਊਬ ਮਾਈਕਰੋਪਾਈਲਰ ਸਾਈਟ ਤੋਂ ਅੰਦਰ ਐਮਬ੍ਰਿਓ ਸੈਕ ਦੇ ਅੰਦਰ ਐਂਟਰ ਹੋ ਜਾਏ। ਹੁਣ ਕੀ ਹੋਏਗਾ ਜਦੋਂ 2 ਮੇਲ ਗੈਮੀਟਸ ਆ ਗਏ, ਇੱਕ ਮੇਲ ਗੈਮੀਟ ਜਿਹੜਾ ਹੈਗਾ ਉਹ ਕੀ ਕਰ ਰਿਹਾ ਹੈ, ਐਗ ਦੇ ਨਾਲ ਇੱਥੇ ਇੱਕ ਮੇਲ ਗੈਮੀਟ ਐਗ ਦੇ ਨਾਲ ਫਿਊਜ਼ ਹੋ ਜਾਏਗਾ ਐਂਡ ਇਟ ਰਿਜ਼ਲਟਸ ਇਨ ਦਾ ਫਾਰਮੇਸ਼ਨ ਆਫ ਜ਼ਾਈਗੋਟ। ਸੈਕਿੰਡ ਮੇਲ ਗੈਮੀਟ ਅੰਦਰ ਚਲਾ ਜਾਏਗਾ ਔਰ ਸੈਕਿੰਡ ਮੇਲ ਗੈਮੀਟ ਇੱਥੇ ਆ ਕੇ ਜਿਹੜੀਆਂ 2 ਪੋਲਰ ਨਿਊਕਲੀਆਈਜ਼ ਨੇ ਉਹਨਾਂ ਦੇ ਨਾਲ ਫਿਊਜ਼ ਕਰ ਜਾਏਗਾ ਐਂਡ ਇਟ ਰਿਜ਼ਲਟਸ ਇਨ ਦਾ ਫਾਰਮੇਸ਼ਨ ਆਫ ਐਂਡੋਸਪਰਮ। First, next, now see this diagram, this is very clear। first ਕੀ ਹੋਏਗਾ, ਜਿਹੜਾ ਪਹਿਲਾ ਮੇਲ ਗੈਮੀਟ ਆਇਆ ਹੈ, ਫਸਟ ਮੇਲ ਗੈਮੀਟ ਉਹ ਐਗ ਦੇ ਨਾਲ ਫਿਊਜ਼ ਕੀਤਾ ਐਂਡ ਇਟ ਰਿਜ਼ਲਟਸ ਇਨ ਦਾ ਫਾਰਮੇਸ਼ਨ ਆਫ ਜ਼ਾਈਗੋਟ। ਸੈਕਿੰਡ ਮੇਲ ਗੈਮੀਟ ਅੱਗੇ ਚਲਾ ਗਿਆ ਔਰ ਇਹ 2 ਪੋਲਰ ਨਿਊਕਲੀਆਈ ਹੈ ਔਰ ਇਹ ਸੈਕਿੰਡ ਮੇਲ ਗੈਮੀਟ ਹੈ ਉਹ ਇਹਦੇ ਨਾਲ ਫਿਊਜ਼ ਕਰੇਗਾ ਐਂਡ ਇਹ ਜਿਹੜਾ ਫਿਊਜ਼ਨ ਹੈ ਇਸ ਨੂੰ ਅਸੀਂ ਬੋਲਦੇ ਹਾਂ ਟ੍ਰਿਪਲ ਫਿਊਜ਼ਨ। ट्रिपल फ्यूजन क्यों बोलते हैं, बिकॉज 2 पोलर न्यूक्लियाई है और एक मेल गैमीट है एंड इट इज़ नोन एज ट्रिपल फ्यूजन। बच्चे इस चार्ट ਨੂੰ ਧਿਆਨ ਨਾਲ ਸਮਝੋ, ਤੁਹਾਨੂੰ ਡਬਲ ਫਰਟੀਲਾਈਜੇਸ਼ਨ ਬਹੁਤ ਕਲੀਅਰ ਹੋ ਜਾਏਗਾ। ਸਭ ਤੋਂ ਪਹਿਲਾਂ ਕੀ ਹੈ, ਸਾਡੇ ਕੋਲ 2 ਮੇਲ ਗੈਮੀਟ ਆਏ, ਰਾਈਟ। ਫਸਟ ਮੇਲ ਗੈਮੀਟ ਆਇਆ ਹੈਪਲੋਇਡ ਹੈ ਔਰ ਫਸਟ ਮੇਲ ਗੈਮੀਟ ਜਿਹੜਾ ਹੈਗਾ ਉਸਨੇ ਐਗ ਦੇ ਨਾਲ ਫਿਊਜ਼ ਕੀਤਾ, ਠੀਕ ਹੈ। ਰਿਜ਼ਲਟਸ ਇਨ ਦਾ ਫਾਰਮੇਸ਼ਨ ਆਫ ਜ਼ਾਈਗੋਟ ਐਂਡ ਦਾ ਪ੍ਰੋਸੈਸ ਇਜ਼ ਨੋਨ ਐਜ਼ सिनगैमी। ਜ਼ਾਈਗੋਟ ਜਿਹੜਾ ਹੈਗਾ ਉਹ डिप्लॉयड स्ट्रक्चर है बिकॉज ਜ਼ਾਈਗੋਟ इज़ फॉर्म विद द फ्यूजन ऑफ मेल गैमीट एंड एग। सैकेंड देखो, सैकेंड मेल गैमीट आया, सैकेंड मेल गैमीट ने किहदे नाल फ्यूज़ किया, सैकेंड मेल गैमीट फ्यूजेस विद द पोलर न्यूक्लियाई। सैकेंड मेल गैमीट है पोलर न्यूक्लियाई ने फ्यूज़ किया, पोलर न्यूक्लियाई डिप्लॉयड है, सैकेंड मेल गैमीट हैप्लॉयड है, दिस इज़ हैप्लॉयड, पोलर न्यूक्लियाई इज़ डिप्लॉयड and it results in the formation of primary endosperm nucleus which is triploid। ठीक है। सो हुण की हैगा, इक्को ही एम्ब्रियो सैक दे अंदर 2 बारी फर्टिलाइजेशन हो रही है। एक बारी एग और फर्स्ट मेल गैमीट हो रहा है फर्टिलाइजेशन और सैकेंड जी फर्टिलाइजेशन हो रही है वो सैकेंड मेल गैमीट और पोलर न्यूक्लियाई हो रही है और इसनों असी ट्रिपल फ्यूजन कहते हैं और इसनों आपां सिनगैमी कहते हैं बिकॉज इक्को ही एम्ब्रियो सैक दे अंदर 2 बारी फर्टिलाइजेशन हो रही है। सो इस प्रोसैस नूं असी बोलते हाँ डबल फर्टिलाइजेशन, जो कि एंजियोस्पर्म्स का बहुत ही यूनीक प्रोसैस है। ठीक है। process of double fertilization, it was discovered by S.G. Neveschin in Lilium and Fritillaria species in the year 1897। now नेक्स्ट इंपॉर्टेंट पार्ट इज़ कि मैं थोनों ये कह रही हाँ कि एंजियोस्पर्म्स का बड़ा यूनीक प्रोसैस है। सिग्निफिकेंस डबल फर्टिलाइजेशन की की इंपॉर्टेंस है, की सिग्निफिकेंस है। सब तो पहला तो आप ये देखा कि जो डबल फर्टिलाइजेशन जो होंदा है तो डबल फर्टिलाइजेशन के नाल एक स्ट्रक्चर बन रहा है एंडोस्पर्म। जिहड़ा प्राइमरी एंडोस्पर्म न्यूक्लियस बनया दैट रिजल्ट्स इन द फॉर्मेशन ऑफ एंडोस्पर्म। और एंडोस्पर्म जो है जदों ज़ाइगोट एम्ब्रियो बनाएगा आगे जाके तो एंडोस्पर्म जो है इट विल प्रोवाइड्स नरिशमेंट टू द डेवलपिंग एम्ब्रियो। सो एम्ब्रियो सिक्योर हो गया, जदों एम्ब्रियो सैक के अंदर है तो उसकी सारी नरिशमेंट उन्होंने कौन प्रोवाइड कर रहा है, एंडोस्पर्म प्रोवाइड कर रहा है। इस करके जिन्ने भी एंजियोस्पर्म्स ने उन्होंने जिहड़े सीड्स बनते हैं बिकॉज सीड दे विच बेबी प्लांट हुंदा है तो उसकी जिहड़ी वायबिलिटी है वो इनक्रीज़ हो जाती है। और जिहड़े दोनों मेल गैमीट बने, जदों 2 मेल गैमीट्स बने, दोनों मेल गैमीट्स जिहड़े ने वो यूटिलाइज़ हो जाते हैं। इस करके प्रोसैस जिहड़ा हैगा डबल फर्टिलाइजेशन इसकी एंजियोस्पर्म्स दे विच बहुत ज़्यादा सिग्निफिकेंस है। ना बच्चे आई होप थानू डबल फर्टिलाइजेशन एंजियोस्पर्म्स दे विच क्लीयर हो गया होएगा। नैक्सट आपां टॉपिक लैन जा रहे हैं फॉर्मेशन ऑफ एंडोस्पर्म। मैं एंडोस्पर्म पहला क्यों लिया, बिकॉज एम्ब्रियो दे ग्रो करन तो पहला एम्ब्रियो सैक दे विच एंडोस्पर्म बनता है। पहला नरिशमेंट का अरेंजमेंट हुंदा है, उस तो बाद एम्ब्रियो जिहड़ा हैगा वो अपना ग्रो करना शुरू करता है। नाउ
ਐਂਡੋਸਪਰਮ ਕੀ ਹੈਗਾ? ਹੁਣੇ ਆਪਾਂ ਨੂੰ ਇੰਨਾ ਸਮਝ ਆ ਗਿਆ ਕਿ ਐਂਡੋਸਪਰਮ ਦੀ ਡਿਵੈਲਪਮੈਂਟ ਪ੍ਰਾਇਮਰੀ ਐਂਡੋਸਪਰਮ ਨਿਊਕਲੀਅਸ ਤੋਂ ਹੁੰਦੀ ਹੈ, ਜੋ ਕਿ ਟ੍ਰਿਪਲੋਇਡ ਹੈਗਾ, ਔਰ ਜੋ ਕਿ ਸੈਕਿੰਡ ਮੇਲ ਗੈਮੀਟ ਜਦੋਂ ਪੋਲਰ ਨਿਊਕਲੀਆਈ ਨਾਲ ਫਿਊਜ਼ ਕੀਤਾ ਸੀ ਉਸ ਸਮੇਂ ਐਂਡੋਸਪਰਮ ਬਣਦਾ ਹੈ। ਸੋ ਐਂਡੋਸਪਰਮ ਜਿਹੜਾ ਹੈਗਾ, ਇਸ ਪਿਕਚਰ ਦੇ ਵਿੱਚ ਮੈਂ ਇੱਥੇ ਤੁਹਾਨੂੰ 3 ਤਰ੍ਹਾਂ ਦੇ ਐਂਡੋਸਪਰਮ ਸ਼ੋ ਕੀਤੇ ਨੇ। ਫਸਟ ਜਿਹੜਾ ਹੈਗਾ ਏ ਨਿਊਕਲੀਅਰ ਟਾਈਪ, ਸੈਕਿੰਡ ਜਿਹੜਾ ਹੈਗਾ ਸੈਲੂਲਰ ਟਾਈਪ, ਔਰ ਥਰਡ ਹੈਗਾ ਹੈਲੋਬੀਅਲ ਟਾਈਪ। ਇੱਥੇ ਲਿਖਿਆ ਹੋਇਆ ਹੈ ਨਿਊਕਲੀਅਰ, ਸੈਲੂਲਰ ਤੇ ਹੈਲੋਬੀਅਲ। ਰਾਈਟ ਬੱਚੇ, ਜਿਹੜਾ ਨਿਊਕਲੀਅਰ ਟਾਈਪ ਐਂਡੋਸਪਰਮ ਹੈ, ਤੁਹਾਨੂੰ ਮੈਂ ਬੜੀ ਬਰੀਫ ਇਨਫੋਰਮੇਸ਼ਨ ਇਹਦੀ ਦੇਣੀ ਹੈ। ਇੱਥੇ ਕੀ ਹੁੰਦਾ ਹੈ, ਜਦੋਂ ਪ੍ਰਾਇਮਰੀ ਐਂਡੋਸਪਰਮ ਨਿਊਕਲੀਅਸ ਬਣ ਗਿਆ, ਇਹ ਉੱਪਰ ਦੇਖੋ, ਇਹ ਮਾਈਕਰੋਪਾਈਲ ਸਾਈਡ ਹੈ, ਇਹ ਚੈਲੇਜ਼ਾ ਸਾਈਡ ਹੈ, ਔਰ ਇਹ ਜਿਹੜਾ ਸਾਨੂੰ ਦਿਖ ਰਿਹਾ ਇਹ ਸਾਡਾ ਐਂਬਰੀਓ ਦਿਖ ਰਿਹਾ। ਸੋ ਜਿਹੜਾ ਪ੍ਰਾਇਮਰੀ ਐਂਡੋਸਪਰਮ ਨਿਊਕਲੀਅਸ ਹੈ ਉਹ ਡਿਵਾਈਡ ਕਰਦਾ ਰਹਿੰਦਾ ਹੈ, ਮਾਈਟੋਸਿਸ ਹੁੰਦੀ ਰਹਿੰਦੀ ਹੈ, ਬਹੁਤ ਸਾਰੀ ਨਿਊਕਲੀਆਈ ਸਾਨੂੰ ਇੱਥੇ ਨਜ਼ਰ ਆ ਰਹੇ ਨੇ, ਬਟ ਇੱਥੇ ਕੀ ਹੈਗਾ ਕਿ ਕੈਰੀਓਕਾਈਨੇਸਿਸ ਹੋ ਰਹੀ ਹੈ, ਲੇਕਿਨ ਸਾਈਟੋਕਾਈਨੇਸਿਸ ਨਹੀਂ ਹੋ ਰਹੀ, ਕੋਈ ਵੀ ਵਾਲ ਫਾਰਮੇਸ਼ਨ ਇੱਥੇ ਨਹੀਂ ਹੋ ਰਿਹਾ। ਸੋ ਇਸ ਟਾਈਪ ਦਾ ਜਿਹੜਾ ਐਂਡੋਸਪਰਮ ਬਣਦਾ ਹੈ, ਇਸ ਨੂੰ ਅਸੀਂ ਬੋਲਦੇ ਹਾਂ ਨਿਊਕਲੀਅਰ। ਰਾਈਟ, ਸੋ ਇਸ ਨੂੰ ਅਸੀਂ ਬੋਲਦੇ ਹਾਂ ਨਿਊਕਲੀਅਰ। ਸੈਕਿੰਡ ਟਾਈਪ ਦਾ ਜਿਹੜਾ ਐਂਡੋਸਪਰਮ ਹੈਗਾ ਦਿਸ, ਇੱਥੇ ਕੀ ਹੋਏਗਾ, ਨਿਊਕਲੀਅਰ ਡਿਵੀਜ਼ਨ ਵੀ ਹੋਏਗੀ ਐਂਡ ਇਟ ਇਜ਼ ਫੋਲੋਡ ਬਾਈ ਸੈਲ ਵਾਲ ਫਾਰਮੇਸ਼ਨ। ਆਪਾਂ ਦੇਖਿਆ ਨਿਊਕਲੀਅਸ ਸੈਲ ਵਾਲ, ਨਿਊਕਲੀਅਸ ਸੈਲ ਵਾਲ, ਨਿਊਕਲੀਅਸ ਸੈਲ ਵਾਲ। ਸੋ ਇਹ ਜਿਹੜਾ ਸੈਕਿੰਡ ਟਾਈਪ ਦਾ ਐਂਡੋਸਪਰਮ ਬਣੇਗਾ, ਇਹਨੂੰ ਆਪਾਂ ਕਹਿੰਦੇ ਹਾਂ ਸੈਲੂਲਰ ਟਾਈਪ ਆਫ ਐਂਡੋਸਪਰਮ। ਕੁਝ ਸਪੀਸ਼ੀਜ਼ ਦੇ ਵਿੱਚ ਸੈਲੂਲਰ ਟਾਈਪ ਆਫ ਐਂਡੋਸਪਰਮ ਹੁੰਦਾ ਹੈ, ਔਰ ਥਰਡ ਜਿਹੜਾ ਹੈਗਾ ਉਹ ਇੰਟਰਮੀਡੀਏਟ ਹੈ ਬਿਟਵੀਨ ਦ ਨਿਊਕਲੀਅਰ ਐਂਡ ਦ ਸੈਲੂਲਰ, ਇਟ ਇਜ਼ ਨੋਨ ਐਜ਼ ਹੈਲੋਬੀਅਲ ਟਾਈਪ ਆਫ ਐਂਡੋਸਪਰਮ। ਇਹਦੇ 'ਚ ਕੀ ਹੁੰਦਾ ਹੈ ਕਿ ਕੁਝ ਪਹਿਲਾਂ ਫ੍ਰੀ ਨਿਊਕਲੀਅਰ ਡਿਵੀਜ਼ਨਸ ਹੁੰਦੇ ਨੇ, ਉਸ ਤੋਂ ਬਾਅਦ ਵਾਲ ਫਾਰਮੇਸ਼ਨ ਹੋ ਜਾਂਦਾ ਹੈ, ਤਾਂ ਇਹ ਦੋਨਾਂ ਦਾ ਇੰਟਰਮੀਡੀਏਟ ਹੁੰਦਾ ਹੈ। ਸੋ ਇਹ 3 ਟਾਈਪ ਦੇ ਐਂਡੋਸਪਰਮਸ ਜਿਹੜੇ ਨੇ ਉਹ ਆਪਾਂ ਨੂੰ ਅਲੱਗ-ਅਲੱਗ ਤਰ੍ਹਾਂ ਦੇ ਐਂਜੀਓਸਪਰਮਸ ਦੇ ਵਿੱਚ ਦਿਖਦੇ ਨੇ। ਨਾਓ ਇੱਥੇ ਮੈਂ ਕੁਝ ਐਗਜ਼ਾਮਪਲਸ ਲਏ ਨੇ 3 ਟਾਈਪ ਦੇ ਐਂਡੋਸਪਰਮਸ ਦੇ। ਫਸਟ ਮੈਂ ਤੁਹਾਨੂੰ ਹੁਣੇ ਦੱਸਿਆ ਨਿਊਕਲੀਅਰ ਟਾਈਪ ਆਫ ਐਂਡੋਸਪਰਮ, ਇਸ ਦਾ ਐਗਜ਼ਾਮਪਲ ਹੈ ਕੋਕੋਨਟ। ਬੱਚੇ ਤੁਸੀਂ ਸਭ ਨੇ ਨਾਰੀਅਲ ਦੇਖਿਆ, ਜਦੋਂ ਆਪਾਂ ਨਾਰੀਅਲ ਲੈ ਕੇ ਆਉਂਦੇ ਹਾਂ, ਆਪਾਂ ਨਾਰੀਅਲ ਨੂੰ ਕੱਟਦੇ ਹਾਂ, ਉਸ ਦੇ ਵਿੱਚ ਪਾਣੀ ਹੁੰਦਾ ਹੈ, ਕੱਚਾ ਨਾਰੀਅਲ। ਜਿਹੜਾ ਵਾਟਰੀ ਪਾਰਟ ਹੈਗਾ ਕੋਕੋਨਟ ਦਾ, ਦੈਟ ਇਜ਼ ਨਿਊਕਲੀਅਰ ਟਾਈਪ ਆਫ ਐਂਡੋਸਪਰਮ। ਰਾਈਟ, ਲੇਕਿਨ ਜਿਹੜਾ ਉਸ ਦਾ ਵਾਈਟ ਪਾਰਟ ਹੈ, ਜਿਹੜਾ ਆਪਾਂ ਖਾਂਦੇ ਹਾਂ, that is also endosperm but it is cellular type of endosperm। तो ਵਿੱਚ ਹੁੰਦਾ ਕਿ ਪਹਿਲਾਂ ਸਾਰਾ ਵਾਟਰੀ ਨਿਊਕਲੀਅਰ ਫ੍ਰੀ ਨਿਊਕਲੀਆਈ ਹੁੰਦੇ ਨੇ, ਫਿਰ ਸਾਈਡ ਤੋਂ ਕੁਝ ਵਾਲ ਫਾਰਮੇਸ਼ਨ ਹੋਣ ਲੱਗ ਜਾਂਦਾ ਹੈ, ਤਾਂ ਜਿਹੜਾ ਵਾਈਟ ਪਾਰਟ ਬਣਦਾ ਹੈ ਉਹ ਕੀ ਹੋਏਗਾ, ਉਹ ਸੈਲੂਲਰ ਟਾਈਪ ਆਫ ਐਂਡੋਸਪਰਮ ਬਣ ਜਾਏਗਾ। ਨਿਊਕਲੀਅਰ ਦਾ ਇੱਕ ਹੋਰ ਐਗਜ਼ਾਮਪਲ ਹੈ, ਜਿਵੇਂ ਕਾਟਨ ਦੇ ਵਿੱਚ ਵੀ ਨਿਊਕਲੀਅਰ ਟਾਈਪ ਆਫ ਐਂਡੋਸਪਰਮ ਹੁੰਦਾ ਹੈ। ਸੈਲੂਲਰ ਦਾ ਐਗਜ਼ਾਮਪਲ ਪਿਟਿਊਨੀਆ ਇੱਕ ਮੈਂ ਲਿਖਿਆ ਹੈ। ਹੈਲੋਬੀਅਲ ਜਿਹੜਾ ਹੈਗਾ, ਜਿਹੜਾ ਇੰਟਰਮੀਡੀਏਟ ਟਾਈਪ ਆਫ ਐਂਡੋਸਪਰਮ ਹੈ, ਇਹ ਮੋਸਟ ਆਫ ਦੀ ਜਿਹੜੇ ਮੋਨੋਕੌਟਸ ਨੇ ਸਾਡੇ, ਉਹਨਾਂ 'ਚ ਇਸ ਤਰ੍ਹਾਂ ਦਾ ਐਂਡੋਸਪਰਮ ਬਣਦਾ ਹੈ। ਸੋ ਬੱਚੇ, ਅਬ एंडोस्पर्म डेवलपमेंट बहुत इंपॉर्टेंट पार्ट है। एंडोस्पर्म बनेगा जो कि एक न्यूट्रिटिव टिश्यू है, ग्रोइंग एम्ब्रियो नू ये फूड देगा, और एंडोस्पर्म की फॉर्मेशन हमेशा एम्ब्रियो की फॉर्मेशन तो पहला होंदी है। सो ये साडे फ्लावरिंग प्लांट का एंजियोस्पर्म्स का एक बहुत ही इंपॉर्टेंट फीचर है कि ये डबल फर्टिलाइजेशन होएगा। डबल फर्टिलाइजेशन के नाल सानू एंडोस्पर्म मिलेगा, और एंडोस्पर्म के नाल साडा एम्ब्रियो सिक्योर हो जाएगा, बिकॉज उसकी नरिशमेंट का नाल दी नाल साडे एम्ब्रियो सैक दे विच अरेंजमेंट हो गया। सो आई होप बच्चे, आज मैं 2 बहुत इंपॉर्टेंट टॉपिक्स लए ने। प्रोसैस ऑफ डबल फर्टिलाइजेशन एग्जाम्स दे विच बहुत बार इहदा क्वेश्चन आंदा है। किसने डिस्कवर किया? नेवेस्टिन ने, SG नेवेस्टिन ने 1970 दे विच। और इस दे विच कई सानू छोटे छोटे क्वेश्चन आते हैं। व्हाट इज़ ट्रिपल फ्यूजन, व्हाट इज़ सिनगैमी, व्हाट इज़ प्रोसैस ऑफ डबल फर्टिलाइजेशन, व्हाट इज़ द इंपॉर्टेंस ऑफ एंडोस्पर्म, एंड एक्सप्लेन द डिफरेंट टाइप्स ऑफ एंडोस्पर्म्स। आई होप ये टॉपिक ਤੁਹਾਨੂੰ ਸਮਝ ਆ ਗਿਆ ਹੋਏਗਾ। ਇਸ ਦੇ ਨੋਟਸ ਮੈਂ ਤੁਹਾਨੂੰ ਕੱਲ ਸੈਂਡ ਕੀਤੇ ਸੀ, ਸੋ ਵੀਡੀਓ ਨੂੰ ਤੁਸੀਂ ਧਿਆਨ ਨਾਲ ਸਮਝੋ, ਅੰਡਰਸਟੈਂਡ ਕਰੋ, ਨੋਟਸ ਦੇ ਨਾਲ ਇਹਨੂੰ ਰਿਲੇਟ ਕਰੋ, ਔਰ ਕੋਈ ਵੀ ਤੁਹਾਡੇ ਡਾਊਟ ਹੈ, ਪਲੀਜ਼ ਡੋਂਟ ਹੈਜ਼ਿਟੇਟ, ਯੂ ਕੈਨ ਕਾਲ ਮੀ ਐਨੀ ਟਾਈਮ। ਥੈਂਕ ਯੂ ਸੋ ਮਚ ਬੱਚੇ, ਹੈਵ ਅ ਨਾਈਸ ਡੇ।